ਜਿਹੜੀ 26 ਜਨਵਰੀ ਦੀ ਘਟਨਾ ਹੋਈ ਆ ਉਸਨੇ ਇੱਕ ਵਾਰੀ ਜਿਹੜਾ ਮੋਰਚਾ ਸੀ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਤਾਂ ਕੀਤੀ। ਜਦੋਂ ਅਸੀਂ ਵਾਪਸ ਆਏ ਤਾਂ ਸਿੰਘੂ ਬਾਰਡਰ ਦੇ ਵਿੱਚ ਉਹ ਇੱਕ ਆਲੇ ਦੁਆਲੇ ਦੇਖਿਆ ਕਿ ਇੱਕ ਮਾਤਮ ਛਾਇਆ ਹੋਇਆ ਸੀ, ਜਿਵੇਂ ਪਤਾ ਨਹੀਂ ਕਿਸ ਦਾ ਸੰਸਕਾਰ ਕਰਕੇ ਆਏ ਹੋਏ ਆ। ਨਾ ਕਿਸੇ ਨੇ ਉਸ ਰਾਤ ਰੋਟੀ ਖਾਧੀ ਤੇ ਨਾ ਹੀ ਕਿਸੇ ਨੇ ਪਕਾਈ। ਜਿਹੜੇ ਸਾਡੇ ਮੋਰਚੇ ਦੇ ਆਗੂ ਸੀ ਉਹਨਾਂ ਦੇ ਵੀ ਚਿਹਰੇ ਉੱਡੇ ਹੋਏ ਸੀ, ਕਿਉਂਕਿ ਜਿਹੜੀ ਵਿਉਂਤ ਮਿੱਥੀ ਹੋਈ ਸੀ ਉਸ ਤੋਂ ਸਭ ਉਲਟ ਹੋ ਗਿਆ ਕਿ ਉਹ ਲੋਕ ਵਾਪਸ ਆਏ ਨੇ ਜਿਹੜੇ ਸਿਰਫ 26 ਦੀ ਪਰੇਡ ਵਾਸਤੇ ਗਏ ਸੀ। ਜਿਹੜੇ ਲੋਕ ਪੱਕੇ ਹੀ ਉੱਥੇ ਧਰਨੇ ਤੇ ਬੈਠੇ ਹੋਏ ਨੇ, ਜਿਹੜੇ ਹੁਣ ਵੀ ਜਾ ਰਹੇ ਨੇ, ਜਿਨ੍ਹਾਂ ਦੀ ਉਸ ਅੰਦੋਲਨ ਦੇ ਨਾਲ ਪ੍ਰਤੀਬੱਧਤਾ ਹੈਗੀ ਹੈ, ਉਹ ਲੋਕ ਅਜੇ ਵੀ ਉੱਥੇ ਹੈਗੇ ਨੇ। ਇੱਕ ਵਧੀਆ ਮੌਕਾ ਵੀ ਆਇਆ ਕਿ ਜਿਹੜਾ ਮੋਰਚੇ ਵਿੱਚ ਗੰਦ ਸੀ, ਖਾਸ ਤੌਰ ਤੇ ਜਿਹੜਾ ਇੱਕ ਰੋਲੇ ਰੱਪੇ ਵਾਲਾ ਗੰਦ ਸੀ, ਜਿਨ੍ਹਾਂ ਦੇ ਕਿਸਾਨਾਂ ਦੇ ਮਸਲੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ, ਜਿਹੜੇ ਸਿਰਫ ਆਪਣੇ ਆਪ ਨੂੰ ਹੀਰੋ ਬਣ ਕੇ ਦਿਖਾਉਂਦੇ ਸੀ, ਉਹ ਸਾਰੇ ਬਾਹਰ ਹੋ ਗਏ। ਬੀਜੇਪੀ ਸਰਕਾਰ ਤਾਂ ਅੜੀ ਹੋਈ ਹੈ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾਂਗੇ। ਕਿਸਾਨਾਂ ਦੀ ਤਾਂ ਉਹੀ ਮੰਗ ਹੈ ਜੋ ਮੰਗ ਪਹਿਲਾਂ ਸੀ ਪੰਜਾਬ ਤੋਂ ਚੱਲੀ ਸੀ ਕਿ ਅਸੀਂ ਉਦੋਂ ਤੱਕ ਨਹੀਂ ਪਿੱਛੇ ਹਟਦੇ ਜਦੋਂ ਤੱਕ ਬੀਜੇਪੀ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਨਹੀਂ ਕਰਦੀ। ਹੁਣ ਇੱਕ ਡੈਡਲੌਕ ਵੀ ਕ੍ਰੀਏਟ ਹੋ ਚੁੱਕਿਆ, ਗੱਲਬਾਤ ਨਹੀਂ ਹੋ ਰਹੀ ਕਿਸਾਨਾਂ ਦੇ ਵਿੱਚ। ਤਾਂ ਫਿਰ ਅੱਗੇ ਇਸ ਮਸਲੇ ਦਾ ਹੱਲ ਤੁਸੀਂ ਕਿਵੇਂ ਦੇਖਦੇ ਹੋ? ਬੀਜੇਪੀ ਜੇ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਦੀ ਹੈ ਤਾਂ ਉਹਨਾਂ ਦੀ ਹੋਂਦ ਖੁਰਦੀ ਹੈ। ਹੁਣ ਉਹ ਆਪਣੀ ਹੋਂਦ ਨੂੰ ਲੈ ਕੇ ਅੜੇ ਹੋਏ ਨੇ ਤੇ ਜਿੱਥੋਂ ਤੱਕ ਇਹ ਮੋਰਚੇ ਦੇ ਜਿਹੜਾ ਅੰਦੋਲਨ ਦੇ ਜਾਣ ਦਾ ਸਵਾਲ ਹੈਗਾ ਆ ਕਿ ਲੋਕ ਡਟੇ ਹੋਏ ਨੇ, ਡਟੇ ਰਹਿਣਗੇ ਔਰ ਉਹਨਾਂ ਚਿਰ ਉਹ ਨਹੀਂ ਆਉਣਗੇ, ਕਿਉਂਕਿ ਉਹਨਾਂ ਦੇ ਇਰਾਦੇ ਬਹੁਤ ਪੱਕੇ ਨੇ। ਜਿੰਨਾ ਚਿਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ, ਪਾਸੇ ਉਹ ਸਰਕਾਰ ਜਿਹੜੀ ਵੋਟਾਂ ਦੇ ਨਾਲ ਲੋਕਾਂ ਨੇ ਚੁਣੀ ਆ ਤੇ ਦੂਜੇ ਪਾਸੇ ਉਹ ਸਰਕਾਰ ਲੋਕਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈਗੀ। ਇਹ ਤਾਂ ਸ਼ਰੇਆਮ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈਗਾ ਆ। ਜੇ ਇਹ ਵੀ ਗੱਲ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ, ਜਿਉਂ-ਜਿਉਂ ਵਿਰੋਧ ਹੁੰਦਾ ਕਿਸੇ ਚੀਜ਼ ਦਾ, ਜਿਉਂ-ਜਿਉਂ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾਂਦੇ ਨੇ, ਓਨੀ ਹੀ ਲੋਕਾਂ ਦੀ ਆਵਾਜ਼, ਬਗਾਵਤੀ ਸੂਰ ਜਿਹੜੀ ਹੈ, ਵਿਦਰੋਹ ਦੀ ਆਵਾਜ਼ ਜਿਹੜੀ ਹੈ, ਉਹ ਹੋਰ ਵੀ ਤਿੱਖੀ ਹੁੰਦੀ ਆ। ਤੁਸੀਂ ਪੰਜਾਬੀ ਡਾਕ ਦੇ ਨਾਲ ਜੁੜ ਚੁੱਕੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। 26 ਜਨਵਰੀ ਦੀ ਪਰੇਡ ਤੋਂ ਬਾਅਦ ਲੱਗਿਆ ਸੀ ਜਿਵੇਂ ਅੰਦੋਲਨ ਦੀ ਸਥਿਤੀ ਸੀ ਦਿੱਲੀ ਦੇ ਵਿੱਚ ਕਿ ਡਿਗਮਾ ਸਕਦੀ ਹੈ, ਹੱਲ ਸਕਦੀ ਹੈ, ਪਰ ਜਿਵੇਂ ਕਿਸਾਨ ਆਗੂਆਂ ਨੇ ਆਪਣੀ ਸਿਆਣਪ ਦੇ ਨਾਲ ਇਸ ਅੰਦੋਲਨ ਨੂੰ ਫਿਰ ਤੋਂ ਬੂਸਟ ਕੀਤਾ, ਉਹ ਇੱਕ ਤਾਰੀਫਯੋਗ ਗੱਲ ਹੈ। ਲਗਾਤਾਰ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਹੋਏ ਨੇ। ਕਿਸਾਨਾਂ ਦਾ ਕਹਿਣਾ ਜੋ ਇਹ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਖਾਰਜ ਕੀਤੇ ਜਾਣ। ਲਗਾਤਾਰ ਹੁਣ ਵੀ ਬੀਜੇਪੀ ਸਰਕਾਰ ਦੇ, ਬੀਜੇਪੀ ਹਕੂਮਤ ਦੇ ਇਹ ਬਿਆਨ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਸਰਕਾਰ ਦਾ ਕਿ ਅਸੀਂ ਗੱਲਬਾਤ ਨੂੰ ਤਿਆਰ ਹਾਂ। ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਹੁਣ ਗੱਲਬਾਤ ਨਹੀਂ ਕਰਾਂਗੇ। ਜੋ ਸਾਡੇ ਨੌਜਵਾਨਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ, ਹਿਰਾਸਤ ਵਿੱਚ ਲਏ ਗਏ ਨੇ, ਜਦੋਂ ਤੱਕ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰਦੀ ਉਦੋਂ ਤੱਕ ਅਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਾਂਗੇ। ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਹਿਲਾਂ 11 ਗੇੜ ਦੀ ਮੀਟਿੰਗ ਹੋ ਚੁੱਕੀ ਹੈ ਜੋ ਬੇਸਿੱਟਾ ਰਹੀ ਹੈ। ਉਹਦੇ 'ਚ ਕਿਸਾਨਾਂ ਦਾ ਇੱਕੋ ਮੰਗ ਸੀ ਕਿਸਾਨਾਂ ਦੀ ਕਿ ਜੋ ਖੇਤੀ ਕਾਨੂੰਨ ਪਾਸ ਕੀਤੇ ਨੇ, ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਬੀਜੇਪੀ ਸਰਕਾਰ ਅਮੈਂਡਮੈਂਟ ਤਾਂ ਚਾਹੁੰਦੀ ਹੈ, ਪਰ ਉਹ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਇਹ ਖੇਤੀ ਕਾਨੂੰਨ ਰੱਦ ਹੋਣ। ਬੀਜੇਪੀ ਸਰਕਾਰ ਦੇ ਕਿਹੜੇ ਦਬਾਅ ਨੇ, ਕਾਰਪੋਰੇਟ ਹਾਊਸ ਦੇ ਦਬਾਅ ਨੇ, ਤਾਂ ਖੈਰ ਬੀਜੇਪੀ ਸਰਕਾਰ ਦੱਸ ਸਕਦੀ ਹੈ। ਅਸੀਂ ਲਗਾਤਾਰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਉਹ ਸ਼ਖਸੀਅਤਾਂ ਦਿੱਲੀ ਤੋਂ ਵਾਪਸ ਆਈਆਂ ਨੇ 26 ਜਨਵਰੀ ਦੀ ਘਟਨਾ ਨੂੰ, ਜਿਨ੍ਹਾਂ ਨੇ ਅੱਖੀਂ ਦੇਖਿਆ ਕਿ ਉੱਥੇ ਕੀ ਵਾਪਰਿਆ। ਜੋ ਮੀਡੀਆ ਦਿਖਾ ਰਿਹਾ ਉਹ ਸੱਚਾਈ ਹੈ ਜਾਂ ਫਿਰ ਧਰਾਤਲ 'ਤੇ ਸੱਚਾਈ, ਗਰਾਊਂਡ ਲੈਵਲ 'ਤੇ ਸੱਚਾਈ ਹੋ ਰਿਹਾ। ਅੱਜ ਵੀ ਸਾਡੇ ਨਾਲ ਡਾਕਟਰ ਅਰਵਿੰਦਰ ਕੌਰ ਨੇ। ਲਗਾਤਾਰ ਇਹ ਜਦੋਂ ਤੋਂ ਅੰਦੋਲਨ ਸ਼ੁਰੂ ਹੋਏ ਨੇ, ਪੰਜਾਬ ਦੇ ਵਿੱਚ ਅੰਦੋਲਨ ਸੀ, ਉਸ ਤੋਂ ਬਾਅਦ ਦਿੱਲੀ ਦਾ ਰੁਖ ਕੀਤਾ ਕਿਸਾਨਾਂ ਨੇ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਡਟੇ ਹੋਏ ਸੀ। ਅੱਜ ਵੀ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਮੈਡਮ ਤੁਹਾਡਾ ਸਵਾਗਤ ਹੈ ਚੈਨਲ ਜੀ ਪੰਜਾਬੀ ਡਾਕ 'ਤੇ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਵੇਂ ਤੁਸੀਂ 26 ਜਨਵਰੀ ਦੀ ਜੋ ਘਟਨਾ ਸੀ, ਤੁਸੀਂ ਉਹ ਘਟਨਾ ਅੱਖੀਂ ਦੇਖੀ, ਸਭ ਕੁਝ ਤੁਹਾਡੇ ਸਾਹਮਣੇ ਵਾਪਰਿਆ। ਕੀ ਲੱਗਦਾ ਕਿ ਅੱਜ ਵੀ ਜਿਵੇਂ ਕਈ ਮੀਡੀਆ ਹੈਗੇ ਨੇ ਉਸ ਘਟਨਾ ਨੂੰ ਦਿਖਾਉਂਦੇ ਨੇ ਕਿ ਇਸ ਦਾ ਨੈਗੇਟਿਵ ਪ੍ਰਭਾਵ ਗਿਆ ਜਾਂ ਫਿਰ ਕੋਈ ਚੰਗਾ ਨਹੀਂ ਵਾਪਰਿਆ, ਉਹ ਘਟਨਾ ਹੈ ਕੀ ਸੀ? ਜਿਹੜੀ 26 ਜਨਵਰੀ ਦੀ ਘਟਨਾ ਹੋਈ ਆ ਉਸਨੇ ਇੱਕ ਵਾਰੀ ਜਿਹੜਾ ਮੋਰਚਾ ਸੀ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਤਾਂ ਕੀਤੀ, ਕਿਉਂਕਿ ਇਸ ਦੇ ਵਿੱਚ ਸਾਜ਼ਿਸ਼ਾਂ ਜਿਹੜੀਆਂ ਹੋਈਆਂ ਨੇ, ਸਰਕਾਰ ਵੱਲੋਂ ਕਰਵਾਈਆਂ ਗਈਆਂ ਸਾਜ਼ਿਸ਼ਾਂ ਸੀਗੀਆਂ ਵੀ 26 ਜਨਵਰੀ ਦੀ ਪਰੇਡ ਨੂੰ ਜਿਹੜਾ ਰਸਤਾ ਸਾਡੇ ਆਗੂਆਂ ਨੇ, ਕਿਸਾਨ ਆਗੂਆਂ ਨੇ ਮੋਰਚੇ ਦੇ ਵਿੱਚ ਫੈਸਲਾ ਕਰਕੇ ਤੈਅ ਕੀਤਾ ਹੋਇਆ ਸੀ, ਉਸ ਦੇ ਵਿੱਚ ਜਦੋਂ ਦੂਸਰੇ ਐਲੀਮੈਂਟ ਦਾਖਲ ਹੋ ਗਏ ਤੇ ਲਾਲ ਕਿਲੇ ਵਾਲੇ ਨੂੰ ਚਲੇ ਗਏ। ਅਸੀਂ ਵੀ ਉਸ ਪਰੇਡ ਦੇ ਵਿੱਚ ਸ਼ਾਮਲ ਸੀ ਜਦੋਂ ਕਿ ਰਿੰਗ ਰੋਡ ਤੋਂ ਦੂਸਰੀ ਵਾਲੀ ਸਾਈਡ ਤੇ ਜਿੱਥੇ ਕਿ ਕੂੜੇ ਦਾ ਢੇਰ ਲੱਗੇ ਹੋਏ ਨੇ, ਉਧਰੋਂ ਦੂਸਰੀ ਸਾਈਡ ਤੇ ਜਦੋਂ ਜਾਣਾ ਸੀ ਤਾਂ ਉੱਥੇ ਇੱਕ ਬੜੀ ਹੈਰਾਨਗੀ ਹੋਈ ਕਿ ਜਿਹੜੀ ਪੁਲਿਸ ਸੀ ਉਹ ਵੀ ਧੱਕ ਰਹੀ ਸੀ ਕਿ ਤੁਸੀਂ ਸਿੱਧਾ ਜਾਓ, ਤੇ ਉਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਕਿ ਟਰਾਲੀਆਂ ਨੂੰ ਗੁੰਮਰਾਹ ਕਰ ਰਹੇ ਸੀ ਕਿ ਲਾਲ ਕਿਲੇ ਵੱਲ ਜਾਣਾ ਹੈਗਾ।
ਤੇ ਉੱਥੇ ਜਿਹੜੇ ਕੁਝ ਲੋਕਾਂ ਨੂੰ ਪਤਾ ਸੀ, ਜਿਹੜੇ ਕਿ ਕਿਸਾਨ ਮੋਰਚੇ ਦੇ ਨਾਲ ਜਿਨ੍ਹਾਂ ਦੀ ਗੱਲਬਾਤ ਵੀ ਹੋਈ ਉਹਨਾਂ ਦੇ ਆਗੂਆਂ ਦੇ ਨਾਲ, ਉਹਨਾਂ ਨੇ ਆਪਣੀ ਠੀਕ ਡਾਇਰੈਕਸ਼ਨ ਵੀ ਲਈ। ਤੇ ਇਸ ਗੱਲ ਦਾ ਬੜਾ ਹੀ ਦੁੱਖ ਹੋਇਆ ਕਿ ਜਿਹੜੇ ਰਸਤੇ ਤੋਂ ਸਾਡੀ ਪਰੇਡ ਲੰਘਣੀ ਸੀ ਤੇ ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਬਹੁਤ ਦਿਨ ਪਹਿਲਾਂ ਤਿਆਰੀ ਕੀਤੀ ਹੋਈ ਸੀਗੀ ਜੀ। ਉਹਨਾਂ ਨੇ ਸੁੱਕਾ ਭੋਜਨ, ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਖੁਰਾਕ ਦੇ ਸਾਡੇ ਭੋਜਨ ਦੇ ਕਈ ਤਰ੍ਹਾਂ, ਜਿਵੇਂ ਜੂਸ ਵਗੈਰਾ ਹੋਏ, ਪਕੌੜੇ ਹੋਏ, ਬ੍ਰੈਡ ਹੋਏ, ਇਹ ਸਾਰਾ ਕੇਲੇ ਹੋਏ, ਸੰਤਰੇ ਹੋਏ, ਐਰਾ ਵਗੈਰਾ ਜੋ ਵੀ ਕੁਛ ਸੀ ਨਾ ਉਹਨਾਂ ਨੇ ਪੈਕ ਕਰਕੇ ਰੱਖਿਆ ਹੋਇਆ ਸੀ। ਉਹਨਾਂ ਨੇ ਸਾਡੇ ਉੱਤੇ ਫੁੱਲਾਂ ਦੀ ਵਰਖਾ ਵੀ ਕਰਨੀ ਸੀ। ਪਰ ਜਦੋਂ ਇਹ ਜਿਹੜਾ ਪਰੇਡ ਸੀ ਉੱਥੇ ਜਾ ਕੇ ਖਿੰਡ ਗਈ ਤਾਂ ਜਿਹੜੇ ਲੋਕ ਸੀ ਉਹ ਵੀ ਬੜੇ ਨਿਰਾਸ਼ ਹੋਏ ਤੇ ਸਾਨੂੰ ਵੀ ਇਸ ਚੀਜ਼ ਦਾ ਬੜਾ ਦੁੱਖ ਹੋਇਆ। ਤੇ ਉਸ ਸਮੇਂ ਜੀ ਇਸ ਤਰ੍ਹਾਂ ਕਰ ਰਿਹਾ ਸੀ ਕਿ ਜਿਵੇਂ ਜੋ ਕੁਝ ਅਸੀਂ ਸੋਚ ਕੇ ਆਏ ਸੀ, ਟਰਾਲੀ ਵਿੱਚ ਬੈਠੇ ਬੜੇ ਉਤਸ਼ਾਹ ਦੇ ਨਾਲ, ਬੜੇ ਜੋਸ਼ ਦੇ ਨਾਲ ਅਸੀਂ ਜਿਹੜੇ ਗੀਤ ਗਾ ਰਹੇ ਸੀਗੇ, ਮੋਰਚੇ ਨਾਲ ਸੰਬੰਧਿਤ ਗੀਤ ਗਾ ਰਹੇ ਸੀ, ਪਰੇਡ ਦੇ ਗੀਤ ਗਾ ਰਹੇ ਸੀ, ਕਿਸਾਨਾਂ ਦੇ ਹੱਕ ਦੇ ਬਾਰੇ ਵਿੱਚ ਗੀਤ ਗਾ ਰਹੇ ਸੀ, ਉਹ ਸਾਰਾ ਤਹਿਸ ਨਹਿਸ ਹੋ ਗਿਆ। ਜਦੋਂ ਅਸੀਂ ਵਾਪਸ ਆਏ ਤਾਂ ਸਿੰਘੂ ਬਾਰਡਰ ਦੇ ਵਿੱਚ ਉਹ ਇੱਕ ਆਲੇ ਦੁਆਲੇ ਦੇਖਿਆ ਕਿ ਇੱਕ ਮਾਤਮ ਛਾਇਆ ਹੋਇਆ ਸੀ, ਜਿਵੇਂ ਪਤਾ ਨਹੀਂ ਕਿਸ ਦਾ ਸੰਸਕਾਰ ਕਰਕੇ ਆਏ ਹੋਏ ਆ। ਨਾ ਕਿਸੇ ਨੇ ਉਸ ਰਾਤ ਰੋਟੀ ਖਾਧੀ ਤੇ ਨਾ ਹੀ ਕਿਸੇ ਨੇ ਪਕਾਈ। ਜਿਹੜੇ ਸਾਡੇ ਮੋਰਚੇ ਦੇ ਆਗੂ ਸੀ ਉਹਨਾਂ ਦੇ ਵੀ ਚਿਹਰੇ ਉੱਡੇ ਹੋਏ ਸੀ, ਕਿਉਂਕਿ ਜਿਹੜੀ ਵਿਉਂਤ ਮਿੱਥੀ ਹੋਈ ਸੀ ਉਸ ਤੋਂ ਸਭ ਉਲਟ ਹੋ ਗਿਆ। ਤੇ ਅਗਲੇ ਦਿਨ 27 ਤਰੀਕ ਨੂੰ ਜਦੋਂ ਅਸੀਂ ਘਰਾਂ ਨੂੰ ਵਾਪਸ ਆਉਣ ਲੱਗੇ ਤਾਂ ਇਸ ਗੱਲ ਨੇ ਸਾਨੂੰ ਅੰਦਰੋਂ ਇੱਕਦਮ ਤੋੜ ਕੇ ਰੱਖ ਦਿੱਤਾ। ਤੋੜਿਆ ਵੀ ਬਲਕਿ ਜੋੜਿਆ ਵੀ, ਕਿ ਜਿਹੜੇ ਸਾਡੇ ਕਿਸਾਨ ਬਜ਼ੁਰਗ ਬਾਬੇ ਸੀ ਉਹ ਸਾਡੇ ਅੱਗੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ ਵੀ ਹੁਣ ਸਾਨੂੰ ਮੈਦਾਨ ਵਿੱਚ ਛੱਡ ਕੇ ਨਾ ਜਾਓ, ਤੁਸੀਂ ਸਾਨੂੰ ਬੇਦਾਵਾ ਲਿਖ ਕੇ ਨਾ ਜਾਓ। ਉਹਨਾਂ ਦੀਆਂ ਗੱਲਾਂ ਸੁਣ ਕੇ ਅਸੀਂ ਭਾਵਕ ਵੀ ਹੋਏ ਤੇ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਵੀ ਆਏ। ਤੇ ਕੁਝ ਲੋਕ ਜਿਹੜੇ ਸੀ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਤੁਸੀਂ ਇੱਕ ਵਾਰੀ ਸਟੇਜ ਵੱਲ ਆਓ, ਤੁਸੀਂ ਆਪਣੇ ਆਗੂਆਂ ਦੇ ਵਿਚਾਰ ਸੁਣੋ, ਤੁਹਾਨੂੰ ਪਤਾ ਲੱਗੇਗਾ ਅਸਲ ਦੇ ਵਿੱਚ ਸੱਚਾਈ ਕੀ ਆ। ਤੇ ਕਾਫੀ ਲੋਕ ਤਾਂ ਮੁੜ ਆਏ ਤੇ ਕੁਝ ਲੋਕ ਜਿਹੜੇ ਸੀ ਉਹ ਵਾਪਸ ਆ ਗਏ। ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਉਹ ਲੋਕ ਵਾਪਸ ਆਏ ਨੇ ਜਿਹੜੇ ਸਿਰਫ 26 ਦੀ ਪਰੇਡ ਵਾਸਤੇ ਗਏ ਸੀ। ਜਿਹੜੇ ਲੋਕ ਪੱਕੇ ਹੀ ਉੱਥੇ ਧਰਨੇ ਤੇ ਬੈਠੇ ਹੋਏ ਨੇ, ਜਿਹੜੇ ਹੁਣ ਵੀ ਜਾ ਰਹੇ ਨੇ, ਜਿਨ੍ਹਾਂ ਦੀ ਉਸ ਅੰਦੋਲਨ ਦੇ ਨਾਲ ਪ੍ਰਤੀਬੱਧਤਾ ਹੈਗੀ ਹੈ, ਉਹ ਲੋਕ ਅਜੇ ਵੀ ਉੱਥੇ ਹੈਗੇ ਨੇ। ਤੇ ਮੀਡੀਆ ਦੇ ਵਿੱਚ ਜੋ ਕੁਝ ਪ੍ਰਚਾਰ ਕੀਤਾ ਜਾ ਰਿਹਾ, ਮੈਨੂੰ ਲੱਗਦਾ ਆ ਕਿ ਉਹ ਵਧਾ ਚੜਾ ਕੇ ਗੱਲ ਕਹਿ ਰਹੇ ਨੇ, ਲੋਕਾਂ ਦੇ ਅੰਦਰ ਇੱਕ ਜਿਹੜਾ ਨੈਗੇਟਿਵ ਜਿਹੜੇ ਭਾਵ ਨੇ ਉਹ ਪੈਦਾ ਕਰ ਰਹੇ ਨੇ, ਜਦੋਂ ਕਿ ਅਸਲ ਦੇ ਵਿੱਚ ਸੱਚਾਈ ਕੁਝ ਹੋਰ ਹੈ। ਉਹ ਐਲੀਮੈਂਟ ਜਿਹੜਾ ਅਨਾਰਕਿਸਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਜਿਹੜੇ ਸ਼ਾਮ ਨੂੰ ਗੇੜੀਆਂ ਮਾਰਨ ਲਾ ਜਾਂਦੇ, ਆਪਣੇ ਟਰੈਕਟਰਾਂ ਤੇ ਗੀਤ ਲਾਉਂਦੇ ਉੱਚੀ ਉੱਚੀ, ਜਿਹਨੂੰ ਸੋ ਕਾਲ ਜਿਨ੍ਹਾਂ ਦੀ ਕੋਈ ਸੋਚ ਨਹੀਂ, ਜਿਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ, ਟਰੈਕਟਰ ਨੂੰ ਇੱਧਰ ਘੁਮਾਉਂਦੇ ਉੱਧਰ ਘੁਮਾਉਂਦੇ, ਉਹ ਲੋਕ ਜਿਹੜੇ ਨੇ ਉਹ ਜ਼ਰੂਰ ਆਏ ਨੇ। ਪਰ ਇਸ ਦੇ ਵਾਸਤੇ ਇੱਕ ਵਧੀਆ ਮੌਕਾ ਵੀ ਆਇਆ ਕਿ ਜਿਹੜਾ ਮੋਰਚੇ ਵਿੱਚ ਗੰਦ ਸੀ, ਖਾਸ ਤੌਰ ਤੇ ਜਿਹੜਾ ਇੱਕ ਰੋਲੇ ਰੱਪੇ ਵਾਲਾ ਗੰਦ ਸੀ, ਜਿਨ੍ਹਾਂ ਦੇ ਕਿਸਾਨਾਂ ਦੇ ਮਸਲੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸੀ, ਜਿਹੜੇ ਸਿਰਫ ਆਪਣੇ ਆਪ ਨੂੰ ਹੀਰੋ ਬਣ ਕੇ ਦਿਖਾਉਂਦੇ ਸੀ, ਉਹ ਸਾਰੇ ਬਾਹਰ ਹੋ ਗਏ। ਤੇ ਤੁਹਾਡੇ ਕਹਿਣ ਦਾ ਭਾਵ ਕਿ ਅੱਜ ਵੀ ਅੰਦੋਲਨ ਚੜ੍ਹਦੀ ਕਲਾ 'ਚ ਹੈ। ਬਿਲਕੁਲ ਜੀ, ਅੱਜ ਵੀ ਥੋੜਾ ਜਿਹਾ ਹੋਇਆ ਸੀਗਾ 26 ਤੋਂ ਬਾਅਦ, ਪਰ ਸਾਡੇ ਜਿਹੜੇ ਆਗੂ ਨੇ ਉਹ ਬਹੁਤ ਸਿਆਣੇ ਨੇ, ਉਹਨਾਂ ਨੇ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਲਿਆ ਦਿੱਤਾ ਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਅਸਲ ਦੇ ਵਿੱਚ 26 ਦੀ ਘਟਨਾ ਕਿਉਂ ਵਾਪਰੀ ਹੈ, ਵੀ ਇਹਦੇ ਪਿੱਛੇ ਜਿਹੜੀ ਸਾਡੀ ਸੈਂਟਰ ਸਰਕਾਰ ਹੈ ਉਹਦਾ ਕਿਸ ਤਰ੍ਹਾਂ ਹੱਥ ਹੈਗਾ ਆ। ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ, ਇਸੇ ਕਰਕੇ ਉਹ ਦੁਬਾਰਾ ਫਿਰ ਮੋਰਚੇ ਵੱਲ ਨੂੰ ਜਾਣ ਲਈ ਤਿਆਰ ਹੋ ਗਏ। ਤੇ ਅੱਗੇ ਤੁਹਾਨੂੰ ਕੀ ਲੱਗਦਾ ਕਿ ਇਹ ਜੋ ਅੰਦੋਲਨ ਹੈ ਕਿਸ ਰੂਪਰੇਖਾ ਵੱਲ ਜਾਊਗਾ, ਕਿਸ ਦਿਸ਼ਾ ਵੱਲ ਜਾਊਗਾ? ਕਿਉਂਕਿ ਬੀਜੇਪੀ ਸਰਕਾਰ ਤਾਂ ਅੜੀ ਹੋਈ ਹੈ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾਂਗੇ। ਕਿਸਾਨਾਂ ਦੀ ਤਾਂ ਉਹੀ ਮੰਗ ਹੈ ਜੋ ਮੰਗ ਪਹਿਲਾਂ ਸੀ ਪੰਜਾਬ ਤੋਂ ਚੱਲੀ ਸੀ ਕਿ ਅਸੀਂ ਉਦੋਂ ਤੱਕ ਨਹੀਂ ਪਿੱਛੇ ਹਟਦੇ ਜਦੋਂ ਤੱਕ ਬੀਜੇਪੀ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਨਹੀਂ ਕਰਦੀ। ਹੁਣ ਇੱਕ ਡੈਡਲੌਕ ਵੀ ਕ੍ਰੀਏਟ ਹੋ ਚੁੱਕਿਆ, ਗੱਲਬਾਤ ਨਹੀਂ ਹੋ ਰਹੀ ਕਿਸਾਨਾਂ ਦੇ ਵਿੱਚ, ਤਾਂ ਫਿਰ ਅੱਗੇ ਇਸ ਮਸਲੇ ਦਾ ਹੱਲ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਜਦੋਂ ਵੀ ਕਿਤੇ ਕੋਈ ਸੰਘਰਸ਼ ਹੁੰਦਾ ਆ, ਜਦੋਂ ਵੀ ਕੋਈ ਮੋਰਚਾ ਬਣਦਾ ਹੈਗਾ ਆ, ਟਾਈਮ ਤਾਂ ਜ਼ਰੂਰ ਲੱਗਦਾ ਹੈਗਾ ਹੈ, ਪਰ ਜਿਹੜੀ ਜਿੱਤ ਹੈ ਉਹ ਹਮੇਸ਼ਾ ਹੀ ਲੋਕਾਂ ਦੀ ਹੁੰਦੀ ਏ। ਜਿਹੜਾ ਤਖਤਾ ਹੈਗਾ, ਜਿਹੜੀ ਹਾਕਮ ਜਮਾਤ ਹੈ, ਉਹ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਦੇ ਕੋਲ ਸਾਧਨ ਨੇ, ਜਿੰਨੇ ਵੀ ਹੀਲੇ ਨੇ, ਜਿੰਨੇ ਵੀ ਉਹਨਾਂ ਦੀ ਸੋਚ ਹੈ, ਉਸ ਤਰ੍ਹਾਂ ਲੋਕਾਂ ਉੱਪਰ ਥੋਪਦੀ ਹੈ, ਲੋਕਾਂ ਨੂੰ ਗੁੰਮਰਾਹ ਵੀ ਕਰਦੀ ਹੈਗੀ ਏ। ਕਿਉਂਕਿ ਇੱਥੇ ਹੁਣ ਸਵਾਲ ਇੱਕ ਹੋਰ ਬਣਿਆ, ਜਿਹੜਾ ਤੁਸੀਂ ਨੇ ਕਿਹਾ ਹੈਗਾ ਵੀ ਹੁਣ ਗੱਲਬਾਤ ਨਹੀਂ ਹੋ ਰਹੀ। ਪਹਿਲਾਂ ਸੀਗਾ ਜਿਹੜਾ ਉਹ ਕਿਸਾਨਾਂ ਦੀ ਹੋਂਦ ਦਾ ਮਸਲਾ ਸੀ, ਸਾਡੀ ਆਪਣੀ ਹੋਂਦ ਦਾ ਮਸਲਾ ਸੀ। ਜਿਸ ਤਰ੍ਹਾਂ ਦੇ ਸਰਕਾਰ ਬਿੱਲ ਲੈ ਕੇ ਆਈ ਆ ਤੇ ਹਰ ਵਿਅਕਤੀ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸੀ, ਤੇ ਹੁਣ ਜਿਹੜਾ ਮਸਲਾ ਆ ਗਿਆ ਉਹ ਸਰਕਾਰ ਦੀ ਹੋਂਦ ਦਾ ਵੀ ਹੈ। ਕਿਉਂਕਿ ਬੀਜੇਪੀ ਜੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਦੀ ਹੈ ਤਾਂ ਉਹਨਾਂ ਦੀ ਹੋਂਦ ਖੁਰਦੀ ਹੈ।
ਹੁਣ ਉਹ ਆਪਣੀ ਹੋਂਦ ਨੂੰ ਲੈ ਕੇ ਅੜੇ ਹੋਏ ਨੇ। ਤੇ ਜਿੱਥੋਂ ਤੱਕ ਇਹ ਮੋਰਚੇ ਦੇ ਜਿਹੜਾ ਅੰਦੋਲਨ ਦੇ ਜਾਣ ਦਾ ਸਵਾਲ ਹੈਗਾ ਆ ਕਿ ਲੋਕ ਡਟੇ ਹੋਏ ਨੇ, ਡਟੇ ਰਹਿਣਗੇ ਔਰ ਉਹਨਾਂ ਚਿਰ ਉਹ ਨਹੀਂ ਆਉਣਗੇ ਕਿਉਂਕਿ ਉਹਨਾਂ ਦੇ ਇਰਾਦੇ ਬਹੁਤ ਪੱਕੇ ਨੇ, ਜਿੰਨਾ ਚਿਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ। ਇੱਥੋਂ ਤੱਕ ਕਿ ਸਾਡੇ ਕਿਸਾਨ ਆਗੂ ਤੇ ਸਧਾਰਨ ਲੋਕ ਵੀ ਜਿਹੜੇ ਉੱਥੇ ਬੈਠੇ ਨੇ, ਇੱਥੋਂ ਤੱਕ ਸਾਡੀਆਂ ਜਿਹੜੀਆਂ ਬੀਬੀਆਂ ਵੀ ਬੈਠੀਆਂ ਨੇ, ਉਹ ਬਾਰ-ਬਾਰ ਇਹ ਗੱਲ ਕਹਿ ਰਹੀਆਂ ਨੇ ਕਿ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ, ਅਸੀਂ ਆਪਣੀ ਜਾਨ ਵੀ ਕੁਰਬਾਨ ਕਰ ਦੇਵਾਂਗੇ, ਅਸੀਂ ਖਾਲੀ ਹੱਥ ਇੱਥੋਂ ਨਹੀਂ ਮੁੜਨਾ ਹੈਗਾ। ਇਸੇ ਲਈ ਜਿਹੜਾ ਲੋਕਾਂ ਦੇ ਵਿੱਚ ਜੋਸ਼ ਹੈਗਾ, ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈਗਾ ਆ, ਉਹ ਉਸੇ ਤਰ੍ਹਾਂ ਹੀ ਠਾਠਾ ਮਾਰ ਰਿਹਾ ਹੈ। ਜਿਵੇਂ ਅੰਦੋਲਨ ਇਤਿਹਾਸ ਦੇ ਵਿੱਚ ਅੰਦੋਲਨ ਲੜੇ ਗਏ ਨੇ ਤੇ ਹੁਣ ਵੀ ਇਸ ਵਾਰ ਇਸ ਅੰਦੋਲਨ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਤਾਂ ਹੁਣ ਤੱਕ ਬਰਕਰਾਰ ਵੀ ਹੈ। ਕਿਤੇ ਨਾ ਕਿਤੇ ਜਦੋਂ ਇਹ ਬੀਬੀਆਂ ਦੀ ਸ਼ਮੂਲੀਅਤ ਇਸ ਅੰਦੋਲਨ ਦੇ ਵਿੱਚ ਆਉਣਾ, ਤੁਹਾਨੂੰ ਲੱਗਦਾ ਕਿ ਪੰਜਾਬ ਨੂੰ, ਦੇਸ਼ ਨੂੰ ਇੱਕ ਨਵੀਂ ਦਿਸ਼ਾ ਵੱਲ ਇਹ ਸੋਚ ਲੈ ਕੇ ਜਾਊਗੀ? ਹਾਂਜੀ ਬਿਲਕੁਲ ਜੀ। ਪਹਿਲੀ ਗੱਲ ਤੇ ਇਹ ਹੈ ਕਿ ਬੀਬੀਆਂ ਦੇ ਇਕੱਠ ਨੂੰ ਵੇਖ ਕੇ ਇੱਕ ਵਾਰੀ ਤਾਂ ਹਾਕਮ ਜਮਾਤ ਜਿਹੜੀ ਸੀਗੀ ਵੀ ਉਸ ਨੂੰ ਵੀ ਇਸ ਗੱਲ ਦਾ ਅਸਰ ਤਾਂ ਹੋਇਆ। ਜਿਵੇਂ ਬਾਰ-ਬਾਰ ਕਦੀ ਸੁਪਰੀਮ ਕੋਰਟ ਵੱਲੋਂ ਇਹ ਬਿਆਨ ਆ ਜਾਂਦਾ ਸੀ, ਕਦੀ ਸਰਕਾਰ ਵੱਲੋਂ ਇਹ ਆ ਜਾਂਦਾ ਸੀ ਕਿ ਬੀਬੀਆਂ ਨੂੰ, ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਜਾਵੇ। ਅਸਲ ਦੇ ਵਿੱਚ ਸਵਾਲ ਇਹ ਹੁੰਦਾ ਹੈ ਕਿ ਜਿਹੜੀਆਂ ਬੀਬੀਆਂ ਹੁੰਦੀਆਂ ਨੇ, ਉਹ ਜਿਹੜੀ ਚੀਜ਼ ਤੇ ਇੱਕ ਵਾਰੀ ਅੜ ਕੇ ਖੜ ਜਾਂਦੀਆਂ ਨੇ, ਉਹ ਪਰਾਂ ਨਹੀਂ ਹਟਦੀਆਂ ਹੈਗੀਆਂ ਕਿ ਉਹਨਾਂ ਦੇ ਦ੍ਰਿੜ ਇਰਾਦੇ ਹੁੰਦੇ ਹੈਗੇ ਨੇ। ਤੇ ਹੁਣ ਵੀ ਜਿਹੜੀਆਂ ਸਾਡੀਆਂ ਬੀਬੀਆਂ ਉੱਥੇ ਖੜੀਆਂ ਨੇ ਔਰ ਉਹ ਲਗਾਤਾਰ ਆਪਣੀ ਗੱਲ ਸਟੇਜਾਂ ਤੇ ਬੋਲ ਰਹੀਆਂ ਨੇ। ਜਿਹੜਾ ਬੀਬੀਆਂ ਦਾ ਉੱਥੇ ਆਉਣਾ ਇਸ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ ਵੀ ਹੈ। ਬੜੀ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਬੀਬੀ ਆਪਣੇ ਘਰ ਦੇ ਵਿੱਚ ਜਿਹਦੀ ਜ਼ੁਬਾਨ ਨਹੀਂ ਸੀ ਖੁੱਲ੍ਹਦੀ, ਅੱਜ ਉਹ ਸਟੇਜ ਤੇ ਬੋਲਣ ਲਈ ਤਿਆਰ ਹੈ ਔਰ ਬੋਲ ਰਹੀ ਹੈ, ਬਾਹਾਂ ਖਿਲਾਰ ਕੇ ਬੋਲ ਰਹੀ ਆ। ਸਾਡੀਆਂ ਬੱਚੀਆਂ ਜਿਹੜੀਆਂ ਕਦੀ ਸਟੇਜ ਤੇ ਨਹੀਂ ਸੀ ਚੜੀਆਂ, ਹੁਣ ਉਹ ਕਹਿ ਰਹੀਆਂ ਨੇ ਸਾਨੂੰ ਮੌਕੇ ਦਿਓ। ਕਹਿਣ ਦਾ ਭਾਵ ਹੈ ਕਿ ਇਸ ਅੰਦੋਲਨ ਨੇ ਸਾਡੀਆਂ ਔਰਤਾਂ ਨੂੰ, ਸਾਡੀਆਂ ਕੁੜੀਆਂ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ ਹੈ ਕਿ ਉਹ ਆਪਣੇ ਹੱਕਾਂ ਦੇ ਵਾਸਤੇ, ਆਪਣੀ ਹੋਂਦ ਦੇ ਵਾਸਤੇ ਲੜਾਈ ਲੜ ਸਕਦੀਆਂ ਨੇ। ਜਿਵੇਂ ਬੀਜੇਪੀ ਦੀ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾ ਰਹੇ ਨੇ, ਚਾਹੇ ਦਿਸ਼ਾ ਰਵੀ ਹੁਣੇ ਹੋ ਗਏ, ਹੋਰ ਕਈ ਨੌਜਵਾਨ ਹੋ ਗਏ, ਇਹ ਕਿੱਥੋਂ ਤੱਕ ਜਾਇਜ਼ ਸਰਕਾਰ ਦਾ? ਕਿਉਂਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਈ ਤਾਂ ਪੁਲਿਸ ਵੱਲੋਂ ਭੇਜੇ ਜਾ ਰਹੇ ਸੀ, ਤੁਸੀਂ ਲਾਲ ਕਿਲ੍ਹੇ ਵੱਲ ਜਾਓ, ਤੇ ਕਈ ਕਿਸਾਨ ਭੋਲਪਣੇ ਵਿੱਚ, ਅਣਜਾਣਪਣੇ ਵਿੱਚ ਉੱਥੇ ਚਲੇ ਗਏ ਤੇ ਹੁਣ ਪੁਲਿਸ ਵੱਲੋਂ ਉਹ ਹਿਰਾਸਤ ਵਿੱਚ ਲਏ ਗਏ ਨੇ। ਕਈਆਂ ਦਾ ਤਾਂ ਹੁਣ ਤੱਕ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਹੈ ਕਿੱਥੇ ਨੇ। ਕੀ ਫਿਰ ਜਦੋਂ ਪ੍ਰਸ਼ਾਸਨ ਇਹੋ ਜਿਹੇ ਹੱਥਕੰਡੇ ਅਪਣਾ ਰਿਹਾ, ਦੂਜੇ ਪਾਸੇ ਗੱਲ ਕਰਨ ਲਈ ਕਹਿੰਦਾ ਪ੍ਰਸ਼ਾਸਨ, ਕੀ ਫਿਰ ਮਸਲਾ ਕੋਈ ਪੋਜ਼ਿਟਿਵ ਤਰੀਕੇ ਨਾਲ ਨਿਕਲ ਸਕੂਗਾ ਇਸ ਸਰਕਾਰ ਦੀ ਘਟਨਾ ਕਰਕੇ? ਦੇਖੋ ਜੀ, ਜੇਕਰ ਅਸੀਂ ਸਰਕਾਰ ਦਾ ਰਵੱਈਆ ਵੇਖੀਏ ਤਾਂ ਇਹ ਫਾਸ਼ੀਵਾਦੀ ਰਵੱਈਆ ਹੈ, ਜਿਹਦੇ ਵਿੱਚ ਨਾ ਕੋਈ ਅਪੀਲ ਹੁੰਦੀ ਆ, ਨਾ ਕੋਈ ਦਲੀਲ ਹੁੰਦੀ ਹੈ ਤੇ ਨਾ ਹੀ ਕੋਈ ਵਕੀਲ ਹੁੰਦਾ ਆ। ਜਿਹੜੇ ਲੋਕ ਅਚਨਚੇਤ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ, ਭੋਲੇ ਭਾਲੇ ਲੋਕ ਲਾਲ ਕਿਲ੍ਹੇ ਵਿੱਚ ਪਹੁੰਚ ਗਏ, ਕਿਉਂਕਿ ਇਹ ਹੁੰਦਾ ਹੀ ਹੈ ਨਾ, ਜਿਸ ਲਈ ਤੇ ਇੱਕ ਪਹਿਲੀ ਟਰਾਲੀ ਜਾ ਰਹੀ ਹੈ, ਟਰੈਕਟਰ ਜਾ ਰਿਹਾ, ਉਹਦੇ ਪਿੱਛੇ ਸਾਰੇ ਤੁਰੇ ਜਾਂਦੇ ਨੇ। ਬੇਦੋਸ਼ੇ ਲੋਕ ਜਦੋਂ ਸਰਕਾਰ ਨੇ ਗ੍ਰਿਫਤਾਰ ਕੀਤੇ, ਕਿਉਂਕਿ ਜਿਨ੍ਹਾਂ ਨੇ ਸਾਜ਼ਿਸ਼ ਕਰਨੀ ਸੀ ਉਹ ਤਾਂ ਚਲੇ ਗਏ ਵਿਚਾਰੇ, ਉਹ ਜਿਹੜੇ ਲੋਕ ਫਸ ਗਏ ਹੈਗੇ ਨੇ। ਸਰਕਾਰ ਦਾ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਇੱਕੋ ਹੀ ਮਕਸਦ ਹੈਗਾ ਕਿ ਬਾਕੀ ਲੋਕਾਂ ਨੂੰ ਡਰਾਇਆ ਜਾਵੇ, ਕਿਉਂਕਿ ਜੇ ਉਹ ਸਰਕਾਰ ਦੇ ਉਲਟ ਬੋਲਣਗੇ ਜਾਂ ਕੁਝ ਕਹਿਣਗੇ ਤਾਂ ਉਹਨਾਂ ਨੂੰ ਵੀ ਇਸ ਤਰ੍ਹਾਂ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਏਗਾ, ਸੁੱਟਿਆ ਜਾਵੇਗਾ। ਇਹ ਕਿੱਥੋਂ ਤੱਕ? ਕਿਉਂਕਿ ਇੱਕ ਪਾਸੇ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਇੱਕ ਪਾਸੇ ਉਹ ਸਰਕਾਰ ਜਿਹੜੀ ਵੋਟਾਂ ਦੇ ਨਾਲ ਲੋਕਾਂ ਨੇ ਚੁਣੀ ਆ, ਤੇ ਦੂਜੇ ਪਾਸੇ ਉਹ ਸਰਕਾਰ ਲੋਕਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈਗੀ। ਇਹ ਤਾਂ ਸ਼ਰੇਆਮ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈਗਾ ਆ। ਜੇ ਇਹ ਵੀ ਗੱਲ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ, ਜਿਉਂ-ਜਿਉਂ ਵਿਰੋਧ ਹੁੰਦਾ ਕਿਸੇ ਚੀਜ਼ ਦਾ, ਜਿਉਂ-ਜਿਉਂ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੇ ਹੱਥ ਕੰਡੇ ਵਰਤੇ ਜਾਂਦੇ ਨੇ, ਓਨੀ ਹੀ ਲੋਕਾਂ ਦੀ ਆਵਾਜ਼, ਬਗਾਵਤੀ ਸੂਰ ਜਿਹੜੀ ਹੈ, ਵਿਦਰੋਹ ਦੀ ਆਵਾਜ਼ ਜਿਹੜੀ ਹੈ, ਉਹ ਹੋਰ ਵੀ ਤਿੱਖੀ ਹੁੰਦੀ ਆ ਤੇ ਇਹ ਹੋਣ ਜਾ ਰਹੀ ਹੈ। ਅੱਜ ਜਿਹੜਾ ਰੋਸ ਹੈਗਾ ਆ, ਉਹ ਜਿਹੜੇ ਲੋਕ ਨੇ, ਜਿਹੜੇ ਚੇਤਨ ਹੋ ਚੁੱਕੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਆ, ਉਹ ਇਸ ਪ੍ਰਤੀ ਜਿਹੜੇ ਪੂਰੀ ਤਰ੍ਹਾਂ ਸੁਚੇਤ ਨੇ। ਜਿੱਥੋਂ ਤੱਕ ਤੁਸੀਂ ਨੌਦੀਪ ਦੀ ਗੱਲ ਕੀਤੀ ਜਾਂ ਤੁਸੀਂ ਹੋਰ ਜ਼ਿਕਰ ਕੀਤਾ, ਕਿਉਂਕਿ ਨੌਦੀਪ ਦਾ ਜਿਹੜਾ ਕੇਸ ਹੈਗਾ ਉਹ ਇੱਕ ਅਲੱਗ ਕਿਸਮ ਦਾ ਕੇਸ ਹੈ। ਠੀਕ ਹੈ, ਉਹ ਕਿਸਾਨਾਂ ਦੇ ਨਾਲ ਜੁੜਿਆ ਹੋ ਸਕਦਾ ਆ, ਪਰ ਉਹਦੀ ਗ੍ਰਿਫਤਾਰੀ ਹੋਈ ਕਿਉਂਕਿ ਇੱਕ ਫੈਕਟਰੀ ਦੇ ਵਿੱਚ ਜਿਹੜੇ ਮਜ਼ਦੂਰ ਸੀ, ਉਹਨਾਂ ਨੂੰ ਮਾਲਕ ਬਕਾਇਆ ਨਹੀਂ ਸੀ ਦੇ ਰਿਹਾ, ਉਹਨਾਂ ਦੀ ਲੜਾਈ ਲੜ ਰਹੀ ਸੀ ਤੇ ਸਿੰਘੂ ਬਾਰਡਰ ਤੇ ਉਹਨੇ ਆਪਣਾ ਜਿਹੜਾ ਤੰਬੂ ਲਗਾਇਆ ਹੋਇਆ ਸੀਗਾ, ਤੇ ਉਹ ਉਸ ਦਾ ਇਸ ਤਰ੍ਹਾਂ ਅਗਵਾ ਕਰਕੇ ਵੀ ਲੈ ਕੇ ਜਾਣਾ ਇੱਕ ਨਾਰੀ ਵਿਰੋਧੀ ਵਰਤਾਰਾ ਹੈਗਾ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਸੀਂ
ਇਸ ਦੀ ਵਿਰੋਧਤਾ ਕਰਦੇ ਹਾਂ। ਜਿਹੜੇ ਸਾਥੀ ਸਾਡੇ ਫੜੇ ਹੋਏ ਨੇ ਸਰਕਾਰ ਨੂੰ ਉਹ ਰਿਹਾ ਕਰਨੇ ਚਾਹੀਦੇ ਨੇ ਤੇ ਕਿਸਾਨ ਮੋਰਚੇ ਵੱਲੋਂ ਜਿਹੜਾ ਲੀਗਲ ਸੈੱਲ ਹੈਗਾ ਆ ਉਹ ਲਗਾਤਾਰ ਇਸ ਦੇ ਬਾਰੇ ਵਿੱਚ ਆਪਣੀ ਕਾਰਵਾਈ ਕਰ ਰਿਹਾ ਹੈ ਤੇ ਉਹ ਹੁਣ ਪਤਾ ਚੱਲਿਆ ਸੀ ਕਿ 50 ਦੇ ਕਰੀਬ ਜਿਹੜੇ ਹਿਰਾਸਤ ਵਿੱਚ ਲਏ ਗਏ ਸਾਡੇ ਕਿਸਾਨ ਨੇ, ਸਾਡੇ ਨੌਜਵਾਨ ਨੇ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜੀ। ਜਿਵੇਂ ਇਸ ਕਿਸਾਨੀ ਅੰਦੋਲਨ ਇੱਕ ਨੈਰੇਟਿਵ ਸਿਰਜਿਆ ਬੀਜੇਪੀ ਸਰਕਾਰ ਦੇ ਖਿਲਾਫ, ਤੇ ਜਦੋਂ ਇਹ ਅੰਦੋਲਨ ਵਾਪਸੀ ਕਰੂਗਾ ਪੰਜਾਬ ਵੱਲ, ਤਾਂ ਪੰਜਾਬ ਦੀ ਸਿਆਸਤ ਨੂੰ ਕਿੱਥੇ ਤੱਕ ਪ੍ਰਭਾਵਿਤ ਕਰੂਗਾ? ਦੇਖੋ ਜੀ, ਜੇਕਰ ਇਹ ਮੋਰਚੇ ਵਿੱਚੋਂ ਅਸੀਂ ਜਿੱਤ ਕੇ ਆਉਣੇ ਆ ਤਾਂ ਇੱਕ ਹਿਸਾਬ ਦਾ ਸਾਡੇ ਵਾਸਤੇ ਇੱਕ ਸੁਨਹਿਰੀ ਮੌਕਾ ਹੋਏਗਾ ਕਿ ਲੋਕ ਆਪਣੇ ਹੱਕਾਂ ਦੇ ਵਾਸਤੇ ਲੜ ਸਕਣਗੇ ਔਰ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਮਨਵਾ ਸਕਣਗੇ, ਕਿਉਂਕਿ ਇੱਥੋਂ ਇਹ ਹੋਏਗਾ ਕਿ ਲੋਕਾਂ ਦੇ ਸੰਘਰਸ਼ ਦੀ ਕੋਈ ਨਾ ਕੋਈ ਮੁੱਲ ਹੁੰਦਾ, ਕੋਈ ਨਾ ਕੋਈ ਕੀਮਤ ਹੁੰਦੀ ਆ। ਬਾਈ ਦਾ ਵੇ ਜੇਕਰ ਗੱਲ ਵਿੱਚ ਵਿਚਾਲੇ ਰਹਿ ਵੀ ਜਾਂਦੀ ਆ ਤਾਂ ਫਿਰ ਵੀ ਅਸੀਂ ਜਿੱਤ ਕੇ ਹੀ ਆਵਾਂਗੇ, ਕਿਉਂਕਿ ਅਸੀਂ ਅਖੀਰ ਤੱਕ ਸੰਘਰਸ਼ ਲੜਿਆ ਆ ਤੇ ਉਸ ਸਿਆਸਤ, ਉਸ ਹਾਕਮਾਂ ਦੇ ਨਾਲ ਲੜਿਆ ਆ ਜਿਨ੍ਹਾਂ ਦੇ ਪਿੱਛੇ ਕਾਰਪੋਰੇਟ ਘਰਾਣੇ ਦਾ ਪੂਰਾ ਹੱਥ ਹੈਗਾ ਆ। ਲੋਕ ਸੁਚੇਤ ਤਾਂ ਹੋਏ ਨੇ, ਨੋ ਡਾਊਟ। ਲੋਕ ਆਪਣੇ ਹੱਕਾਂ ਦੇ ਵਾਸਤੇ, ਲੋਕਾਂ ਦੇ ਨਾਲ ਜਿੱਥੇ ਧੱਕਾ ਹੁੰਦਾ, ਬੇਇਨਸਾਫੀਆਂ ਹੁੰਦੀਆਂ ਨੇ, ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੇ ਹੱਕਾਂ ਨੂੰ ਕੁਚਲਣ ਦੇ ਵਾਸਤੇ ਜਿਹੜੀ ਸਰਕਾਰ ਆ, ਉਹ ਜਿਹੜੇ ਹਾਕਮ ਨੇ, ਉਹ ਕਿਸ ਤਰ੍ਹਾਂ ਦੇ ਹੱਥ ਕੰਡੇ ਵਰਤ ਸਕਦੇ ਨੇ। ਉਹ ਆਪਣੀ ਸਟੇਟ ਗਵਰਨਮੈਂਟ ਦੇ ਵਾਸਤੇ ਵੀ ਸੁਚੇਤ ਹੋਣਗੇ ਜੀ। ਜਿਵੇਂ ਬੀਜੇਪੀ ਸਰਕਾਰ ਦਾ ਹੁਣ ਵੀ ਅੜਬ ਰਵੱਈਆ, ਕੱਲ੍ਹ ਵੀ ਨਰਿੰਦਰ ਤੋਮਰ ਦਾ ਬਿਆਨ ਆਇਆ ਕਿ ਵੀ ਇਕੱਠ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੁੰਦੇ, ਕਿ ਬੀਜੇਪੀ ਸਰਕਾਰ ਨੂੰ ਹੁਣ ਕੋਈ ਹੌਸਲਾ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿ ਸਰਕਾਰ ਇਹ ਹੌਸਲੇ ਬੁਲੰਦ ਬਿਆਨ ਦਾਗ ਰਹੀ ਹੈ? ਦੇਖੋ ਜੀ, ਇੱਕ ਗੱਲ ਤਾਂ ਹੈਗੀ ਆ, ਕਿਉਂਕਿ 26 ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਇੱਕ ਸੀ, ਸਾਰੇ ਲੋਕ ਇੱਕ ਸੀ, ਸਾਰਿਆਂ ਦੀ ਆਵਾਜ਼ ਇੱਕ ਸੀ, ਕਿਉਂਕਿ ਅਸੀਂ ਤਿੰਨੇ ਕਾਨੂੰਨ ਜਿਹੜੇ ਨੇ ਉਹ ਵਾਪਸ ਕਰਵਾ ਕੇ ਹੀ ਜਾਵਾਂਗੇ। ਜਿਹੜੀ 25 ਦੀ ਰਾਤ ਦੀ ਘਟਨਾ ਹੁੰਦੀ ਆ, ਜਿਹਦੇ ਵੀ 25 ਦੀ ਰਾਤ ਦੀ ਘਟਨਾ ਤਾਂ ਇੱਕ ਸਾਹਮਣੇ ਪੇਸ਼ ਆਈ, ਉਸ ਤੋਂ ਪਹਿਲਾਂ ਜਿਹੜਾ ਤਾਣਾ ਬਾਣਾ ਬਣਿਆ ਜਾਂਦਾ ਆ, ਸਰਕਾਰ ਨੇ ਜਿਹੜੇ ਕੁਝ ਲੋਕ ਸੀ ਉਹ ਖਰੀਦ ਲਏ, ਉਹਨਾਂ ਦੇ ਥਰੂ ਜਿਹੜੀ ਸਾਜ਼ਿਸ਼ ਕੀਤੀ ਹੈਗੀ ਆ, ਉਸ ਨੇ ਇਸ ਮੋਰਚੇ ਨੂੰ ਇੱਕ ਵਾਰੀ ਤਾਂ ਤੋੜ ਕੇ ਰੱਖ ਦਿੱਤਾ। ਸਰਕਾਰ ਹੁਣ ਜਿਹੜੀ ਲੜਾਈ ਪੈ ਗਈ ਉਹ ਇੰਟਰਨਲ ਹੋਣੀ ਸ਼ੁਰੂ ਹੋ ਗਈ ਹੈ ਕਿ ਜਿਹੜੇ ਉਸ ਦਿਨ 26 ਜਨਵਰੀ ਦੇ ਲਾਲ ਕਿਲੇ ਤੇ ਗਏ ਸੀ, ਉਹ ਤੇ ਕਿਸਾਨਾਂ ਦੇ ਮੋਰਚੇ ਦੀ ਆਪਸੀ ਕੰਟਰਡਿਕਸ਼ਨ ਵੱਧ ਗਈ ਹੈ। ਸਰਕਾਰ ਤਾਂ ਇਸ ਦਾ ਲਾਹਾ ਲਏਗੀ ਜੀ, ਸਰਕਾਰ ਇਹਦਾ ਲਾਹਾ ਲੈ ਰਹੀ ਹੈ ਔਰ ਸਰਕਾਰ ਨੇ ਇਹੋ ਜਿਹੀ ਸਥਿਤੀ ਜਿਹੜੀ ਆਪ ਖੁਦ ਬਣਾਈ ਹੈ। ਹਾਂਜੀ। ਤੇ ਮੈਡਮ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਹਾਡਾ ਅੱਜ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਦੀ ਕੀ ਰੂਪਰੇਖਾ? ਤੁਸੀਂ ਕਿਹਾ ਕਿ ਵੀ ਕਿਸਾਨ ਜਥੇਬੰਦੀਆਂ ਦੇ ਸੁਨੇਹੇ ਤੇ ਹੀ ਤੁਸੀਂ ਪ੍ਰੋਗਰਾਮ ਨੂੰ ਲਿਖਿਆ। ਦੇਖੋ ਜੀ, ਪਗੜੀ ਸੰਭਾਲ ਦਿਵਸ ਨੂੰ ਸਮਰਪਿਤ ਆ। ਪਗੜੀ ਸੰਭਾਲ ਜਿਹੜਾ ਜੱਟਾ ਨਾਰਾ ਲਹਿਰ ਬਣਾਈ ਸੀ, ਉਹ ਸਾਡੇ ਚਾਚਾ ਅਜੀਤ ਸਿੰਘ ਹੋਰੀ, ਜਿਹੜੇ ਭਗਤ ਸਿੰਘ ਹੋਰਾਂ ਦੇ ਚਾਚਾ ਸੀ, ਉਹਨਾਂ ਨੇ ਬਣਾਈ ਸੀ। ਤੇ ਇਹ ਪਗੜੀ ਸੰਭਾਲ ਜੱਟਾ ਲਹਿਰ ਵੀ ਉਸ ਸਮੇਂ ਅੰਗਰੇਜ਼ ਹਕੂਮਤ ਨੇ 1906 ਦੇ ਵਿੱਚ 3 ਕਾਲੇ ਕਾਨੂੰਨ ਬਣਾਏ ਸਨ ਤੇ ਜਿਨ੍ਹਾਂ ਦੀ ਵਿਰੋਧਤਾ ਕਰਦੇ ਹੋਏ ਅਜੀਤ ਸਿੰਘ ਹੋਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ, ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ ਕਿ ਅਸਲ ਦੇ ਵਿੱਚ ਅੰਗਰੇਜ਼ਾਂ ਦੀ ਵੀ ਇਹੀ ਸਾਜ਼ਿਸ਼ ਹੈ ਕਿ ਜ਼ਮੀਨਾਂ ਨੂੰ ਹਥਿਆਇਆ ਜਾਵੇ। ਇਸ ਦੇ ਨਾਲ ਜਿਹੜਾ ਖੇਤੀ ਦੇ ਉੱਪਰ ਮੁਆਵਜ਼ਾ ਲਿਆ ਜਾਂਦਾ ਸੀ, ਜਿਹਨੂੰ ਅਸੀਂ ਮਾਲੀਆ ਕਹਿੰਦੇ ਆ, ਉਹ ਵੀ ਸਰਕਾਰ ਨੇ ਵਧਾ ਦਿੱਤਾ। ਤੇ ਜਿਹੜੀਆਂ ਨਹਿਰਾਂ ਖੋਦੀਆਂ ਸੀਗੀਆਂ, ਜਿਵੇਂ ਬਾਰੀ ਦੁਆਬ ਵਰਗੀ ਨਹਿਰ, ਉਹਦੇ ਪਾਣੀ ਦੀ ਵਰਤੋਂ ਕਰਨ ਲਈ ਕਿਸਾਨਾਂ ਜਿਹੜੇ ਵਰਤੋਂ ਕਰਦੇ ਸੀ ਪਾਣੀ ਦੀ, ਉਹਦੇ ਰੇਟ ਵੀ ਵਧਾ ਦਿੱਤੇ ਗਏ। ਇਹਨਾਂ ਦੇ ਵਿਰੁੱਧ ਜੀਤ ਸਿੰਘ ਹੋਰਾਂ ਨੇ ਆਵਾਜ਼ ਉਠਾਈ ਸੀ ਤੇ ਅੱਜ ਵੀ ਹਾਲਾਤ ਉਹੀ ਨੇ, ਕਿਉਂਕਿ ਉਦੋਂ ਵੀ ਕਾਲੇ ਕਾਨੂੰਨ ਸੀ ਤੇ ਅੱਜ ਵੀ ਕਾਲੇ ਕਾਨੂੰਨ ਨੇ। ਇਸੇ ਕਰਕੇ ਅਜੀਤ ਸਿੰਘ ਦੀ ਵਿਚਾਰਧਾਰਾ ਜਿਹੜੀ ਹੈ ਉਹਦੀ ਅੱਜ ਵੀ ਸਾਰਥਿਕਤਾ ਹੈਗੀ, ਉਹਦੀ ਵਿਚਾਰਧਾਰਾ ਨੂੰ, ਉਹਦੀ ਵਿਚਾਰਾਂ ਨੂੰ, ਉਹਦੀ ਸੋਚ ਨੂੰ, ਔਰ ਕਿਸ ਤਰ੍ਹਾਂ ਉਸਨੇ ਬਗਾਵਤ ਕੀਤੀ ਸੀ, ਕਿਸ ਤਰ੍ਹਾਂ ਉਸਨੇ ਵਿਦਰੋਹ ਕੀਤਾ ਸੀ ਔਰ ਸਰਕਾਰ ਨੂੰ ਹਾਰ ਕੇ ਜਦੋਂ ਨੇ ਲੋਕਾਂ ਨੂੰ ਤਿਆਰ ਕੀਤਾ ਤੇ ਸਰਕਾਰ ਨੂੰ, ਉਸ ਸਮੇਂ ਦੀ ਸਰਕਾਰ ਨੂੰ ਇਹ ਜਿਹੜੇ ਕਾਨੂੰਨ ਸੀ ਵਾਪਸ ਕਰਨੇ ਪਏ ਸੀ। ਤੇ ਉਸ ਸਮੇਂ ਤਾਂ ਹੈ ਵੀ ਅੰਗਰੇਜ਼ਾਂ ਦੀ ਸਰਕਾਰ ਸੀ ਤੇ ਅੱਜ ਜਿਹੜਾ ਸਾਡੇ ਦੇਸ਼ ਦੀ ਸਰਕਾਰ ਇਹ ਕੁਝ ਕਰ ਰਹੀ ਆ ਤਾਂ ਸਾਨੂੰ ਉਸ ਘਟਨਾ ਤੋਂ ਇੱਕ ਸਾਰਥਿਕ ਸੇਧ ਮਿਲਦੀ ਹੈਗੀ ਆ ਤੇ ਉਸ ਸੇਧ ਨੂੰ ਵੇਖਦੇ ਹੋਏ ਸਾਡੇ ਕਿਸਾਨ ਮੋਰਚੇ ਨੇ ਅੱਜ ਦਾ ਦਿਨ ਪਗੜੀ ਸੰਭਾਲ ਦਿਵਸ ਦੇ ਤੌਰ ਤੇ ਮਨਾਉਣ ਦੇ ਲਈ ਸਾਰਿਆਂ ਨੂੰ ਕਿਹਾ ਹੈ। ਇੱਕ ਆਖਰੀ ਸਵਾਲ ਕਿ ਨਗਰ ਨਿਗਮ ਚੋਣਾਂ ਹੋ ਕੇ ਹਟੀਆਂ ਨੇ ਪੰਜਾਬ ਦੇ ਵਿੱਚ ਤੇ ਬੀਜੇਪੀ ਨੂੰ ਭਾਰੀ ਲਾਸ ਹੋਇਆ, ਇਸ ਅੰਦੋਲਨ ਕਰਕੇ ਪੰਜਾਬ ਵਿੱਚ ਤਾਂ ਬੀਜੇਪੀ ਨੁਕਸਾਨੀ ਗਈ ਹੈ, ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਆਸ ਹੈ ਕਿ ਇਸ ਅੰਦੋਲਨ ਕਰਕੇ ਬੀਜੇਪੀ ਨੂੰ ਨੁਕਸਾਨ ਪਹੁੰਚੂਗਾ? ਦੇਖੋ ਜੀ, ਜਿਹੜੇ ਪੰਜਾਬ ਦੇ ਲੋਕ ਨੇ, ਪੰਜਾਬ ਦਾ ਸੂਬਾ ਇੱਕ ਜੁਝਾਰੂ ਸੂਬਾ ਰਿਹਾ ਆ।
ਇਹ ਜਿਹੜਾ ਫੈਸਲਾ ਲੈਂਦਾ ਆ ਬਹੁਤ ਛੇਤੀ ਲੈਂਦਾ ਹੈਗਾ ਆ। ਜਿੱਥੇ ਜਿੱਥੇ ਵੀ ਇਸ ਤਰ੍ਹਾਂ ਦੇ ਅੰਦੋਲਨ ਪਣਪ ਰਹੇ ਨੇ, ਉਹ ਚਾਹੇ ਉਹ ਮਹਾਰਾਸ਼ਟਰ ਹੈ, ਚਾਹੇ ਉਹ ਬਿਹਾਰ ਹੈਗਾ ਆ, ਚਾਹੇ ਉੱਤਰ ਪ੍ਰਦੇਸ਼ ਹੈ, ਚਾਹੇ ਉਹ ਹਰਿਆਣਾ ਆ, ਜਿੱਥੇ ਜਿੱਥੇ ਵੀ ਉੱਥੇ ਤਾਂ ਦੇਖੋ ਬੀਜੇਪੀ ਨੂੰ ਜ਼ਰੂਰ ਲੋਸ ਹੋਏਗਾ, ਜ਼ਰੂਰ ਹੋਏਗਾ, ਕਿਉਂਕਿ ਲੋਕ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਨੇ ਤੇ ਉਹਨਾਂ ਨੂੰ ਪਤਾ ਆ ਕਿ ਇਸ ਮਸਲੇ ਦੀ ਅਸਲ ਦੇ ਵਿੱਚ ਜੜ ਕੌਣ ਹੈਗੀ ਹੈ। ਤੁਸੀਂ ਸੋਸ਼ਲ ਵਰਕਰ ਵੀ ਹੋ, ਐਜ਼ ਏ ਸੋਸ਼ਲ ਵਰਕਰ ਤੁਸੀਂ ਕੋਈ ਪੰਜਾਬ ਦੇ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੋ? ਮੈਂ ਪੰਜਾਬ ਦੇ ਵਾਸੀਆਂ ਨੂੰ ਇਹੀ ਸੰਦੇਸ਼ ਦੇਵਾਂਗੀ ਕਿ ਜਿਸ ਤਰ੍ਹਾਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਪਹਿਲਾਂ ਵੀ ਆਪਾਂ ਇਕੱਠੇ ਹੋ ਕੇ ਇੱਕ ਆਵਾਜ਼ ਬਣੇ, ਕਿਉਂਕਿ ਪੰਜਾਬ ਮੋਹਰੀ ਲੱਗ ਕੇ ਜਿਹੜਾ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈਗਾ ਆ। ਸਾਡੀ ਜਿਹੜੀ ਉਦਾਹਰਨ ਹੈ, ਮਿਸਾਲ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਗਈ, ਤੇ ਹੁਣ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਮਿਸਾਲ ਜਿਹੜੀ ਬਣੀ ਆ ਉਹ ਕਾਇਮ ਰੱਖਣੀ ਪਵੇਗੀ। ਸਾਨੂੰ ਸਾਜ਼ਿਸ਼ਾਂ ਦੇ ਵਿੱਚ ਸਰਕਾਰ ਦੀਆਂ ਕੀਤੀਆਂ ਗਈਆਂ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਹੱਕ ਤੇ ਸੱਚ ਤੇ ਪਹਿਰਾ ਦੇਣਾ ਚਾਹੀਦਾ ਤੇ ਅਸਲੀ ਦੁਸ਼ਮਣ ਕੌਣ ਨੇ ਉਹਨਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਚੰਗਾ ਲੱਗਿਆ, ਤੁਹਾਡੇ ਸਵਾਲ ਵੀ ਬਹੁਤ ਵਧੀਆ ਸੀ, ਸ਼ੁਕਰੀਆ ਜੀ। ਦਰਸ਼ਕੋ ਸਾਡੇ ਨਾਲ ਸੀ ਡਾਕਟਰ ਰਵਿੰਦਰ ਕੌਰ। ਲਗਾਤਾਰ ਇਹ ਅੰਦੋਲਨ ਦੇ ਵਿੱਚ ਬਣੇ ਹੋਏ ਨੇ। ਜਦੋਂ ਅੰਦੋਲਨ ਪੰਜਾਬ ਤੋਂ ਚੱਲਿਆ ਸੀ, ਅੱਜ ਦਿੱਲੀ ਦੇ ਬਰੂਹਾਂ ਤੇ ਕਿਸਾਨ ਬੈਠੇ ਨੇ ਕਿ ਜੋ 3 ਖੇਤੀ ਕਾਨੂੰਨ ਨੇ ਇਹ ਖੇਤੀ ਕਾਨੂੰਨ ਖਾਰਜ ਕੀਤੇ ਜਾਣ, ਪਰ ਬੀਜੇਪੀ ਸਰਕਾਰ ਦਾ ਉਹੀ ਅੜਭਰਿਆ ਰਵੱਈਆ ਕਿ ਅਸੀਂ ਖੇਤੀ ਕਾਨੂੰਨ ਅਮੈਂਡਮੈਂਟ ਤਾਂ ਕਰ ਦਿੰਦੇ ਹਾਂ, ਅਸੀਂ ਰੱਦ ਨਹੀਂ ਕਰਾਂਗੇ ਕਿਉਂਕਿ ਇਹਦੇ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋਵੇਗੀ। ਬਾਰ-ਬਾਰ ਬੀਜੇਪੀ ਹਕੂਮਤ ਤੇ ਬੀਜੇਪੀ ਸਰਕਾਰ ਦੇ ਇਹ ਬਿਆਨ ਆਉਣੇ ਕੋਈ ਸਹੀ ਦਿਸ਼ਾ ਵੱਲ ਨਹੀਂ, ਕਿਉਂਕਿ 200 ਤੋਂ ਵੱਧ ਤਕਰੀਬਨ ਮੌਤਾਂ ਹੋ ਚੁੱਕੀਆਂ ਨੇ ਇਸ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ। ਤੇ ਲਗਾਤਾਰ ਤੁਸੀਂ ਪੰਜਾਬੀ ਡਾਕ ਤੇ ਕਿਸਾਨੀ ਅੰਦੋਲਨ ਦੀ ਕਵਰੇਜ ਦੇਖ ਰਹੇ ਹੋ ਤੇ ਜਿਹਨੂੰ ਤੁਸੀਂ ਪਸੰਦ ਵੀ ਕਰ ਰਹੇ ਹੋ, ਤੇ ਲਗਾਤਾਰ ਜੋ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ JP ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।